इंटरव्यू वो लोग जरूर वेखन जिन्हों ने टीचर बनना है, जिन्हों का सपना है टीचर बनने का, एंड लोगों की सेवा करना चाहते हैं। This program is affiliated to NCTE, that is National Council for Teacher Education. ਤੇ ਐਫੀਲੀਏਟਿਡ ਕੋਰਸ ਹੈਗਾ। ਪਹਿਲੀ ਚੀਜ਼ ਬਹੁਤ ਹੀ ਵਧੀਆ ਕਿ ਇਹ ਨਹੀਂ ਹੈ ਕਿ ਕਿਤੋਂ ਵੀ ਕੁਝ ਵੀ ਆਪਾਂ ਬੱਚਿਆਂ ਦੇ ਕੈਰੀਅਰ ਦੇ ਨਾਲ ਖਿਲਵਾੜ ਕਰ ਰਹੇ ਹਾਂ। 4 year ਇੰਟੀਗ੍ਰੇਟਿਡ ਕੋਰਸ ਦੇ ਰਹੇ ਹਾਂ। ਇੱਕ ਪ੍ਰੋਫੈਸ਼ਨਲ ਡਿਗਰੀ ਦੈਟ ਇਜ਼ ਅ ਡੂਅਲ ਡਿਗਰੀ ਹੈਗੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਪ੍ਰੋਫੈਸ਼ਨਲ ਡਿਗਰੀਜ਼ ਦੀ ਹੀ ਡਿਮਾਂਡ ਹੈਗੀ ਹੈ। ਅਗਰ ਆਪਾਂ ਮਾਰਕੀਟ 'ਤੇ ਅਗਰ ਦੇਖੀਏ ਕਿ ਨਾ ਉਹ ਪ੍ਰੋਫੈਸ਼ਨਲ ਜਿਹੜੇ ਐਮਪਲੋਇਰਸ ਹੈਗੇ ਉਹ ਪ੍ਰੋਫੈਸ਼ਨਲ ਕੋਰਸਿਜ਼ ਨੂੰ ਹੀ ਪਸੰਦ ਕਰਦੇ ਹੈ। ਦੈਟ ਇਟ ਸੇਵਸ ਯੂਅਰ ਵਨ full academic year, your energy, your time, your finances, your money, आपका पूरा 1 साल का पूरा आपका बच जाएगा because you are doing your regular courses, graduation as well as your B.Ed in the 4 years. ਚੰਡੀਗੜ੍ਹ ਯੂਨੀਵਰਸਿਟੀ ਲਿਮਕਾ ਬੁੱਕ ਆਫ ਰਿਕਾਰਡਸ ਪਲੇਸਮੈਂਟ 'ਚ ਨਾਮ ਵੀ ਲਿਖਵਾ ਚੁੱਕੀ ਹੈ ਐਂਡ ਉसी ਨੂੰ ਹੀ ਫੋਲੋ ਕਰਦੇ ਹੋਏ ਸਾਡਾ ਡਿਪਾਰਟਮੈਂਟ ਜਿਹੜਾ ਹੈ ਪਲੇਸਮੈਂਟ ਨੂੰ ਬਹੁਤ ਫੋਕਸ ਕਰਦਾ ਹੈ। कि CTET, PTET एंड HTET वगैरह, अगर वो चीज़ क्लीयर करने के बावजूद भी कईयां दी हुंदा कि जॉब्स नहीं मिलदियां फिर भी, तो उदों जिहड़ा टीचर हैगी है वो की कर सकदी। कोर्सिस की अगर मैं गल करां तो मार्केट वैल्यू की होगी बिकॉज हर एक नूं हुंदा कि साडा घट खर्चे दे विच हो जाए एंड साडा मतलब सब करियर भी बन जाए बट साडा ज़्यादा खर्चा ना होवे। सो अगर बाकी यूनिवर्सिटीज़ की गल करां एंड CU की गल करां तो मार्केट वैल्यू इन्हां कोर्सिस की है एंड CU की है। डेली पोस्ट पंजाबी वेख रही सारे दर्शकों का मैं जसवीर कौर स्वागत करती हाँ। सो ये इंटरव्यू वो लोग जरूर वेखन जिन्हों ने टीचर बनना है, जिन्हों का सपना है टीचर बनने का, एंड लोगों की सेवा करना चाहते हैं। सो अज मैं आई हाँ चंडीगढ़ यूनीवर्सिटी के उत्थे डिपार्टमेंट है UITTR, दैट इज़ यूनीवर्सिटी इंस्टीट्यूट ऑफ टीचर ट्रेनिंग एंड रिसर्च। सो अज मेरे नाल इत्थों के हैड मौजूद ने, दैट इज़ डॉक्टर मेघना महेंद्रू। बहुत बहुत स्वागत है मैम डेली पोस्ट पंजाबी ते। थैंक यू मैम, थैंक यू, बहुत शुक्रिया ਤੁਸੀਂ ਸਾਨੂੰ ਬੁਲਾਇਆ ਹੈ, ਤੁਸੀਂ ਆਏ ਸਾਡੇ ਕੋਲ ਤੇ ਜੀ ਸਦਕਾ ਨੂੰ ਸਾਰਿਆਂ ਨੂੰ मैम थैंक यू। सो मैम सब तो पहला सवाल है दैट इज़ CU उन्होंने लोगों को की ऑफर करता है जो टीचर बनना चाहते हैं, जिन्हों का सपना है जो टीचर बनना चाहते हैं। ਚਲੋ ਸਾਰ ਤੋਂ ਪਹਿਲੇ ਤੇ ਮੈਂ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਐਂਡ ਅੱਜ ਮੈਂ ਤੁਹਾਨੂੰ ਆਪਣੇ ਡਿਪਾਰਟਮੈਂਟ ਯੂਨੀਵਰਸਿਟੀ ਇੰਸਟੀਟਿਊਟ ਆਫ ਟੀਚਰਸ ਟ੍ਰੇਨਿੰਗ ਐਂਡ ਰਿਸਰਚ ਦੇ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਦਿਸ ਇਜ਼ ਅ ਡਿਪਾਰਟਮੈਂਟ ਵੇਅਰ ਵੀ ਆਰ ਆਫਰਿੰਗ 3 ਕੋਰਸਿਸ ਦੈਟ ਇਜ਼ BA B.Ed, BSc B.Ed ਐਂਡ BPEd। BA B.Ed, BSc B.Ed, this is a 4 year integrated course, 4 ਸਾਲ ਦਾ integrated course ਹੈਗਾ ਐਂਡ BPEd this is a 2 year course। ਤੇ ਆਪਾਂ ਇਸ ਡਿਪਾਰਟਮੈਂਟ ਅਗਰ ਮੈਂ ਇਸ ਕੋਰਸ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂ ਤੇ ਦਿਸ ਇਜ਼ ਅ ਪਰਫੈਕਟ ਕੋਰਸ ਹੂ ਵਾਂਟ ਟੂ ਪਰਸਿਊ देयर ਕਰੀਅਰ ਇਨ ਦਾ ਟੀਚਿੰਗ ਡਿਪਾਰਟਮੈਂਟ ਐਂਡ ਅਗਰ ਮੈਂ ਤੁਹਾਨੂੰ ਅਗਰ ਸਪੋਜ਼ ਦੱਸਾਂ ਕਿ ਕੀ ਆਪਣੇ ਡਿਪਾਰਟਮੈਂਟ ਦੀ ਖਾਸ ਚੀਜ਼ ਹੈਗੀ ਆਪਣਾ ਚੰਡੀਗੜ੍ਹ ਯੂਨੀਵਰਸਿਟੀ 'ਚ ਕੀ ਖਾਸ ਚੀਜ਼ ਦੱਸਦੇ ਹੈ। ਪਹਿਲੀ ਚੀਜ਼ ਤੇ ਦਿਸ ਪ੍ਰੋਗਰਾਮ ਇਜ਼ ਐਫੀਲੀਏਟਿਡ ਟੂ NCTE, ਦੈਟ ਇਜ਼ ਨੈਸ਼ਨਲ ਕਾਉਂਸਲ ਫॉर ਟੀਚਰ ਐਜੂਕੇਸ਼ਨ। ਤੇ ਐਫੀਲੀਏਟਿਡ ਕੋਰਸ ਹੈਗਾ। ਪਹਿਲੀ ਚੀਜ਼ ਬਹੁਤ ਹੀ ਵਧੀਆ ਕਿ ਇਹ ਨਹੀਂ ਹੈ ਕਿ ਕਿਤੋਂ ਵੀ ਕੁਝ ਵੀ ਆਪਾਂ ਬੱਚਿਆਂ ਦੇ ਕੈਰੀਅਰ ਦੇ ਨਾਲ ਖਿਲਵਾੜ ਕਰ ਰਹੇ ਹਾਂ। ਸੈਕਿੰਡ ਚੀਜ਼ ਹੈਗੀ ਹੈ ਕਿ ਆਪਾਂ ਇੱਕ 4 year ਇੰਟੀਗ੍ਰੇਟਿਡ ਕੋਰਸ ਦੇ ਰਹੇ ਹਾਂ। ਇੱਕ ਪ੍ਰੋਫੈਸ਼ਨਲ ਡਿਗਰੀ ਦੈਟ ਇਜ਼ ਅ ਡੂਅਲ ਡਿਗਰੀ ਹੈਗੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਪ੍ਰੋਫੈਸ਼ਨਲ ਡਿਗਰੀਜ਼ ਦੀ ਹੀ ਡਿਮਾਂਡ ਹੈਗੀ। ਅਗਰ ਆਪਾਂ ਮਾਰਕੀਟ 'ਤੇ ਅਗਰ ਦੇਖੀਏ ਕਿ ਨਾ ਉਹ ਪ੍ਰੋਫੈਸ਼ਨਲ ਜਿਹੜੇ ਐਮਪਲੋਇਰਸ ਹੈਗੇ ਉਹ ਪ੍ਰੋਫੈਸ਼ਨਲ ਕੋਰਸਿਜ਼ ਨੂੰ ਹੀ ਪਸੰਦ ਕਰਦੇ ਹੈ ਐਂਡ ਦਿਸ ਇਜ਼ ਅ ਪ੍ਰੋਫੈਸ਼ਨਲ ਡਿਗਰੀ ਡੂਅਲ ਡਿਗਰੀ ਵਿਚ ਮੀਨਸ ਦੈਟ ਇਟ ਸੇਵਸ ਯੂਅਰ ਵਨ full academic year, your energy, your time, your finances, your money, आपका पूरा 1 साल का पूरा आपका बच जाएगा because you are doing your regular courses, graduation as well as your B.Ed in the 4 years. Otherwise, if you just pursue your graduation and then B.Ed degree, then it will take 5 years. And here in the Chandigarh University, you are doing for the 4 year. ਦੈਨ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਵੈਸੇ ਤਾਂ ਬਹੁਤ ਲੰਬੀ ਚੀਜ਼ਾਂ ਹੈ ਤੁਹਾਨੂੰ ਦੱਸਣ ਵਾਸਤੇ, ਇੱਕ ਲੇਕਿਨ ਬਹੁਤ ਪ੍ਰੋਮੀਨੈਂਟ ਚੀਜ਼ ਦੱਸਣਾ ਚਾਹਾਂਗੀ ਕਿ ਦੈਟ ਵੀ ਫੋਲੋ ਦਾ CBCS ਕਰਿਕੂਲਮ। CBCS ਕਰਿਕੂਲਮ ਮੀਨਸ ਕਿ ਚੋਇਸ ਬੇਸਡ ਕ੍ਰੈਡਿਟ ਸਿਸਟਮ। ਬੱਚੇ ਕੋਲ ਇੰਨੀ ਅਸੀਂ ਓਪਨ ਇਲੈਕਟਿਵ ਸ਼ੋ ਕਰਦੇ ਹਾਂ ਕਿ ਉਹ ਕੋਈ ਵੀ ਓਪਨ ਇਲੈਕਟਿਵ ਲੈ ਸਕਦਾ ਹੈ। ਫॉर एग्जांपल ही कैन टेक इंग्लिश लिटरेचर, पंजाबी लिटरेचर, हिंदी लिटरेचर, हिस्ट्री, जोग्राफी, पॉल साइंस, इकोनॉमिक्स, then the non-medical
fewer students, then they can opt for the medical and non-medical streams. So ਇੱਕ ਆਪਾਂ ਬਹੁਤ ਹੀ ਓਪਨ ਇਲੈਕਟਿਵਸ ਨੂੰ ਆਫਰ ਕਰਦੇ ਹਾਂ ਐਜ਼ ਪਰ ਐਜ਼ NEP ਜਿਹੜਾ ਸਾਨੂੰ ਗਾਈਡ ਕਰਦਾ ਹੈ ਜਾਂ UGC ਸਾਨੂੰ ਕਹਿੰਦਾ ਹੈ ਕਿ ਨਾ ਬੱਚੇ ਨੂੰ ਬਹੁਤ ਜ਼ਿਆਦਾ ਇਲੈਕਟਿਵਸ ਆਫਰ ਕਰੀਏ ਤਾਂ ਕਿ ਬੱਚੇ ਦੇ ਜਿਸ ਲਾਈਨ 'ਚ ਪੋਟੈਂਸ਼ੀਅਲ ਹੈਗਾ ਬੱਚਾ ਉਸ ਦੇ ਅੰਦਰ ਆਪਣਾ ਕਰੀਅਰ ਲੈ ਕੇ ਜਾ ਸਕਦਾ ਹੈ। ਤੇ ਨਾਲ ਇੱਕ ਹੋਰ ਮੈਂ ਇੱਕ ਬੜਾ ਹੀ ਚੰਗਾ ਪੁਆਇੰਟ ਦੱਸਣਾ ਚਾਹੁੰਦੀ ਆਪਣੇ ਡਿਪਾਰਟਮੈਂਟ ਦੈਟ ਆਪਣਾ ਚੰਡੀਗੜ੍ਹ ਯੂਨੀਵਰਸਿਟੀ ਲਿਮਕਾ ਬੁੱਕ ਆਫ ਰਿਕਾਰਡਸ ਪਲੇਸਮੈਂਟ 'ਚ ਨਾਮ ਵੀ ਲਿਖਵਾ ਚੁੱਕੀ ਹੈ ਐਂਡ ਉਸੀ ਨੂੰ ਹੀ ਫੋਲੋ ਕਰਦੇ ਹੋਏ ਸਾਡਾ ਡਿਪਾਰਟਮੈਂਟ ਜਿਹੜਾ ਹੈ ਪਲੇਸਮੈਂਟ ਨੂੰ ਬਹੁਤ ਫੋਕਸ ਕਰਦਾ ਹੈ ਐਂਡ ਅਸਾਂ ਸਾਰੇ ਜਾਣਦੇ ਹਾਂ ਕਿ ਦੇਰ ਇੱਕ ਟੈਸਟ ਹੁੰਦਾ ਹੈ ਟੀਚਰ ਐਲੀਜੀਬਿਲਿਟੀ ਟੈਸਟ। ਇਹ ਦੋ ਪਾਰਟਸ 'ਚ ਹੁੰਦਾ ਹੈ ਸੈਂਟਰਲ ਗਵਰਨਮੈਂਟ ਵੀ ਤੇ ਸਟੇਟ ਗਵਰਨਮੈਂਟ ਵੀ। ਸੈਂਟਰਲ ਗਵਰਨਮੈਂਟ ਦਾ ਹੁੰਦਾ ਹੈ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਐਂਡ ਸਟੇਟ ਗਵਰਨਮੈਂਟ ਆਪਣੇ ਸਾਰੇ ਸਟੇਟ ਬੋਰਡਸ ਐਜੂਕੇਸ਼ਨ ਬੋਰਡਸ ਹੁੰਦੇ ਹੈ ਉਹ ਇਸ ਪੇਪਰ ਨੂੰ ਕੰਡਕਟ ਕਰਦੇ ਹੈ ਲਾਈਕ ਪੰਜਾਬ ਸਟੇਟ ਬੋਰਡ ਕਰਦਾ PTET, ਦੈਨ ਹਰਿਆਣਾ ਕਰਦਾ ਹੈ ਹਰਿਆਣਾ HTET, ਦੈਨ HP ਬੋਰਡ ਕਰਦਾ ਹੈ HP TET। ਦੈਨ ਉਸ ਪੇਪਰ ਨੂੰ ਕਲੀਅਰ ਕਰਨਾ ਦੈਟ ਇਜ਼ ਅ ਮੈਂਡੇਟਰੀ ਕੰਡੀਸ਼ਨ ਬਾय द गवर्नमेंट ऑफ इंडिया ਔਰ ਉਸ ਪੇਪਰ ਦੀ ਤਿਆਰੀ ਅਸੀਂ ਇੰਨੀ ਚੰਗੀ ਕਰਾਉਂਦੇ ਹਾਂ ਕਿ ਅਸੀਂ ਬੱਚੇ ਦੀ ਵਿਦਆਊਟ ਹੈਵਿੰਗ ਐਨੀ ਐਕਸਟਰਾ ਟਾਈਮ ਵਿਦਆਊਟ ਚਾਰਜਿੰਗ ਐਨੀ ਐਕਸਟਰਾ ਫੀ ਵੀ ਜਸਟ ਹੈਵ ਇਨਕੋਰਪੋਰੇਟਿਡ ਦ ਕਰਿਕੂਲਮ ਆਫ that exam in the curriculum which the student studies in their regular period ਕਿ ਬੱਚਾ ਪਹਿਲੇ ਸਮੈਸਟਰ ਤੋਂ ਹੀ ਉਸ ਐਗਜ਼ਾਮ ਦੀ ਤਿਆਰੀ ਕਰਨੇ ਲੱਗ ਜਾਂਦਾ ਹੈ। ਉਹਨੂੰ ਕੋਈ ਐਕਸਟਰਾ ਟਾਈਮ ਨਹੀਂ ਪੇ ਕਰਨਾ, ਉਹਨੂੰ ਕੋਈ ਐਕਸਟਰਾ ਫੀ ਨਹੀਂ ਪੇ ਕਰਨੀ ਹੈ, ਉਹਨੂੰ ਆਪਣੇ ਸਬਜੈਕਟਸ ਦੇ ਨਾਲ ਇੱਕ ਐਡ ਸਬਜੈਕਟ ਆਪਾਂ ਉਹਨੂੰ ਪੜ੍ਹਾਉਂਦੇ ਹਾਂ ਜਿਹਦੇ 'ਚ ਬੱਚੇ ਦੀ ਤਿਆਰੀ ਬਹੁਤ ਅੱਛੀ ਕੀਤੀ ਜਾਂਦੀ ਹੈ ਅਤੇ ਬੱਚਾ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਪਹਿਲਾਂ ਹੀ ਆਪਣਾ ਉਹ ਕਲੀਅਰ ਕਰ ਲੈਂਦਾ ਹੈ। ਐਂਡ ਮੈਂ ਇੱਕ ਸਵਾਲ ਕਰਾਂਗੀ, ਤੁਸੀਂ ਜਿੱਦਾਂ ਬੋਰਡਸ ਦੀ ਗੱਲ ਕੀਤੀ CTET, PTET ਐਂਡ HTET ਵਗੈਰਾ, ਅਗਰ ਉਹ ਚੀਜ਼ ਕਲੀਅਰ ਕਰਨ ਦੇ ਬਾਵਜੂਦ ਵੀ ਕਈਆਂ ਦੀ ਹੁੰਦਾ ਕਿ ਜੌਬਸ ਨਹੀਂ ਮਿਲਦੀਆਂ ਫਿਰ ਵੀ, ਤਾਂ ਉਦੋਂ ਜਿਹੜਾ ਟੀਚਰ ਹੈਗੀ ਹੈ ਉਹ ਕੀ ਕਰ ਸਕਦੀ ਹੈ? ਮੈਮ ਇੱਥੇ ਵੀ ਆਈ ਜਸਟ ਵਾਂਟ ਟੂ ਟੈਲ ਯੂ ਦੈਟ ਆਪਣਾ ਚੰਡੀਗੜ੍ਹ ਯੂਨੀਵਰਸਿਟੀ ਜਾਂ ਆਪਣਾ ਡਿਪਾਰਟਮੈਂਟ ਜਿਹੜਾ ਯੂਨੀਵਰਸਿਟੀ ਇੰਸਟੀਟਿਊਟ ਆਫ ਟੀਚਰਸ ਟ੍ਰੇਨਿੰਗ ਐਂਡ ਰਿਸਰਚ ਹੈ, ਵੀ ਜਸਟ ਬਿਲੀਵ ਇਨ ਦ ਟਾਈ-ਅਪਸ ਐਂਡ ਦ MOUs ਐਂਡ ਕੋਲੈਬੋਰੇਸ਼ਨਸ। ਵੀ ਹੈਵ ਐਂਪਲ ਆਫ MOUs ਵਿਦ ਦ ਸਕੂਲਸ ਅਰਾਊਂਡ ਦ ਪੈਨ ਇੰਡੀਆ। ਅਸੀਂ ਪੈਨ ਇੰਡੀਆ ਦੇ ਬਹੁਤ ਸਾਰੇ 80-100 ਪਲੱਸ ਸਕੂਲਸ ਹੈਗੇ ਹੈ ਜਿਨ੍ਹਾਂ ਦੇ ਨਾਲ ਸਾਡਾ ਟਾਈ-ਅਪ ਹੈਗਾ ਜਿੱਥੇ ਬੱਚਾ ਐਕਸਪੀਰੀਐਂਸ਼ੀਅਲ ਲਰਨਿੰਗ ਵਾਸਤੇ ਪ੍ਰੀ ਇੰਟਰਨਸ਼ਿਪ ਤੇ ਇੰਟਰਨਸ਼ਿਪ ਵਾਸਤੇ ਜਾਂਦਾ ਹੈ, 6 ਮੰਥਸ ਦੀ ਇੰਟਰਨਸ਼ਿਪ ਜਾਂਦਾ ਹੈ ਐਂਡ ਵੀ ਜਸਟ ਹੈਵ ਦ ਕੋਲੈਬੋਰੇਸ਼ਨ ਵਿਦ ਦੋ ਸਕੂਲਸ। ਬੱਚਾ ਉੱਥੇ ਆਪਣੀ ਇੰਟਰਨਸ਼ਿਪ ਨੂੰ ਕਵਰ ਕਰਦਾ ਹੈ ਐਜ਼ ਅ ਪੇਡ ਇੰਟਰਨਸ਼ਿਪ, ਨਾਲ ਹੀ ਨਾਲ ਬੱਚਾ ਉੱਥੇ ਓਬਜ਼ਰਵ ਵੀ ਹੋ ਜਾਂਦਾ ਹੈ ਬਿਕਾਜ਼ ਜੋ ਉਹਨਾਂ ਦੀ ਸਕਿੱਲਸ ਹੁੰਦੀ ਹੈ ਔਰ ਉਹਨਾਂ ਨੂੰ ਇੰਪਲੋਇਰਸ ਨੂੰ schools ਨੂੰ ਬਹੁਤ ਠੀਕ ਲੱਗਦੀ ਹੈ ਤੇ and they just absorb in that. So it is not an issue. Placement is a 100% thing which we focus in our department. ਸੋ ਮੈਮ ਇਹਨਾਂ ਕੋਰਸਿਸ ਦੀ ਅਗਰ ਮੈਂ ਗੱਲ ਕਰਾਂ ਤਾਂ ਮਾਰਕੀਟ ਵੈਲਿਊ ਕੀ ਹੋਊਗੀ? ਬਿਕੋਜ਼ ਹਰ ਇੱਕ ਨੂੰ ਹੁੰਦਾ ਕਿ ਸਾਡਾ ਘੱਟ ਖਰਚੇ ਦੇ ਵਿੱਚ ਹੋ ਜਾਵੇ ਐਂਡ ਸਾਡਾ ਮਤਲਬ ਸਭ ਕਰੀਅਰ ਵੀ ਬਣ ਜਾਵੇ ਬਟ ਸਾਡਾ ਜ਼ਿਆਦਾ ਖਰਚਾ ਨਾ ਹੋਵੇ। ਸੋ ਅਗਰ ਬਾਕੀ ਯੂਨੀਵਰਸਿਟੀਜ਼ ਦੀ ਗੱਲ ਕਰਾਂ ਐਂਡ CU ਦੀ ਗੱਲ ਕਰਾਂ ਤਾਂ ਮਾਰਕੀਟ ਵੈਲਿਊ ਇਹਨਾਂ ਕੋਰਸਿਸ ਦੀ ਕੀ ਹੈ ਐਂਡ CU ਦੀ ਕੀ ਹੈ? ਮੈਮ ਬਹੁਤ ਹੀ ਜ਼ਿਆਦਾ ਹੈ। ਆਪਾਂ ਅਗਰ ਡਾਟਾ ਦੇਖੀਏ ਕਿ ਨਾ ਡਾਟਾ ਕਹਿ ਰਿਹਾ ਹੈ ਕਿ ਨਾ ਕਮਿੰਗ ਟਾਈਮ 'ਚ 2030 ਤੱਕ ਸਕੂਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਉਣ ਵਾਲੀ ਹੈ, ਸਪੈਸ਼ਲੀ ਆਪਣੇ ਜਿਹੜੇ ਸੀਨੀਅਰ ਸੈਕੰਡਰੀ ਮਿਡਲ ਸਕੂਲਸ ਪ੍ਰਾਇਮਰੀ ਸਕੂਲਸ ਹੈ ਬਿਕਾਜ਼ ਆਪਾਂ ਸਰਵ ਸਿੱਖਿਆ ਅਭਿਆਨ ਦੀ ਵੀ ਗੱਲ ਕਰਦੇ ਹਾਂ, ਆਪਾਂ NEP 2020 ਦੀ ਗੱਲ ਕਰਦੇ ਹਾਂ ਜਿੱਥੇ ਉਹ ਸਾਰੇ ਕਹਿ ਰਹੇ ਹੈ ਕਿ ਆਪਾਂ ਲਿਟਰੇਸੀ ਰੇਟ ਨੂੰ ਵਧਾਉਣਾ ਹੈ ਅਤੇ ਅਸੀਂ ਉਸ ਨੂੰ ਫੋਕਸ ਕਰਦੇ ਹੋਏ ਜਿਹੜਾ ਸਾਡਾ ਡਿਪਾਰਟਮੈਂਟ ਹੈਗਾ ਉਹ ਉਸ ਚੀਜ਼ ਨੂੰ ਬਿਲਕੁਲ ਹੀ ਫੋਕਸ ਰੱਖੇ ਕਿ ਤਾਂ ਕਿ ਜਿਹੜੇ ਟੀਚਰਸ ਹੈ ਉਹ ਇੰਨੇ ਸਕਿੱਲ ਬੇਸਡ ਟੀਚਰਸ ਬਣਨ, ਪ੍ਰੋਫੈਸ਼ਨਲ ਟੀਚਰਸ ਬਣਨ ਕਿ ਉਹ ਅੱਗੇ ਮਾਰਕੀਟ ਨੂੰ ਈਜ਼ੀਲੀ ਉਹਨਾਂ ਦੇ ਬੱਚੇ ਅੱਗੇ ਮਾਰਕੀਟ ਵਾਸਤੇ ਅੱਛਾ ਕੰਮ, ਸੁਸਾਇਟੀ ਵਾਸਤੇ ਅੱਛਾ ਕੰਮ ਕਰ ਸਕਣ ਅਤੇ ਇੱਕ ਅੱਛੀ ਸਿਵਲਾਈਜੇਸ਼ਨ ਇੱਕ ਅੱਛਾ ਇੱਕ ਪਾਇਸ ਪ੍ਰੋਫੈਸ਼ਨ ਨੂੰ ਅੱਗੇ ਹੋਰ ਲੈ ਕੇ ਜਾ ਸਕਣ। ਸੋ ਮੈਮ ਮੰਨ ਲਈਏ ਕਿ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ ਕਿ ਅਗਰ ਟੀਚਰ ਬਣ ਗਿਆ ਬੰਦਾ ਬਟ ਫਿਰ ਵੀ ਹੁੰਦਾ ਨਾ ਕਿ ਜਿੰਨਾ ਮਿਲੇ ਉਨਾ ਹੀ ਘੱਟ ਹੁੰਦਾ ਹੈ। ਹੋਰ ਅਗਰ ਐਕਸਪਲੋਰ ਕਰਨਾ ਹੋਵੇ, ਹੋਰ ਅਗਰ ਉਹਨੇ ਵਾਈਡ ਜਾਣਾ ਹੋਵੇ ਆਪਣੇ ਕਰੀਅਰ ਦੇ ਵਿੱਚ ਤਾਂ ਹੋਰ ਕੀ ਆਪਸ਼ਨਸ ਹੋਣਗੇ ਫਿਰ? ਮੈਮ ਆਪਾਂ ਨਾ ਕਰਿਕੂਲਮ ਨੂੰ ਇਸ ਤਰ੍ਹਾਂ ਦਾ ਫਰੇਮ ਕੀਤਾ ਹੈ ਕਿ ਦੈਟ ਬੱਚੇ ਕੋਲ ਨਾ ਬਹੁਤ ਕੁਝ ਅਦਰ ਆਪਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ। ਫੋਰ ਐਗਜ਼ਾਮਪਲ ਹੁਣ ਐਡਟੈਕ ਮਾਰਕੀਟ ਹੈਗੀ ਹੈ, ਬਾਈਜੂਸ, वेदांतु, अनअकैडमी एंड आई जस्ट वांट टू टेल यू कि ना हमारी एक अभी आई जस्ट कम टू नो लास्ट वीक ऑल्सो प्रियंका जो है वो बायोलॉजी प्रोफेसर इन अ फिजिक्स वाला एंड शी इज़ गेटिंग अ पैकेज ऑफ 8 lakhs एंड वन ऑफ आवर स्टूडेंट्स ही जस्ट पास्ड इन दिस जून के मंथ में उसने क्लियर किया है
Rohan Verma, and he become the administrator in Sirsa Sant Chotu Ram School, and he is having a package of 12 lakh per annum. तो इसके अलावा along with the teaching TGT टीचर के अलावा बच्चा जो है एडमिनिस्ट्रेटर की जॉब कर सकता है, काउंसलर बन सकता है, कंटेंट डेवलपर बन सकता है, यूट्यूब में अपनी टीचिंग स्किल्स को शोकेस कर सकते हैं, यूट्यूब चैनल के अंदर एक टीचर का फॉर्म में आ सकता है, एक्सपर्ट ट्यूटर के फॉर्म में आ सकता है. इसके अलावा हायर एजुकेशन में वो बच्चा जा सकता है. और चंडीगढ़ यूनिवर्सिटी जो है, हमारी MOUs इस तरह से फॉरेन यूनिवर्सिटीज़ के साथ हैं कि वो अपने MA मास्टर्स को फॉरेन यूनिवर्सिटी के साथ कोलैबोरेट कर सकते हैं. इसके अलावा वी हैव ऑल्सो हैविंग अ वेरी फोकस पॉइंट ऑन द रिसर्च, जहाँ पर हम बच्चा, हमारा अंडर ग्रेजुएट बच्चा भी जो प्रोजेक्ट्स के ऊपर वर्क कर रहा है, पेटेंट्स पे वर्क कर रहा है, और उसके रिसर्च पब्लिकेशन स्कूपर्स और वेब ऑफ साइंस के अंदर पब्लिश हो रहे हैं आज की डेट के अंदर भी. तो दीज आर सम अदर एरियाज जहाँ पे बच्चा जा सकता है. अलॉन्ग विद दैट, वन ऑफ आवर एलुमनाई, ही जस्ट हैज़ क्लियर द मेंस पेपर, सिविल्स का उसने पेपर क्लियर किया है. और इनकी स्कूल्स की अगर हम बात करें कि दे कैन बी अ ट्रेन TGT ट्रेन टीचर बन सकते हैं. वो कोई भी गवर्नमेंट स्कूल हो, सेंट्रल स्कूल्स क्या हो सकता है एफिलेटेड, चाहे स्टेट बोर्ड से एफिलेटेड स्कूल हो सकते हैं, आर्मी स्कूल्स हो सकते हैं, मिशनरी स्कूल्स हो सकते हैं, इंटरनेशनल स्कूल्स हो सकते हैं, पब्लिक स्कूल्स, सेमी एडेड स्कूल्स, सैनिक स्कूल्स, रेलवे, CRPF, इन सब के स्कूल्स के अंदर वो जा सकते हैं. अभी हमारी रिसेंट 2 months बैक ही हमारी एक स्टूडेंट है अंबिका, शी जस्ट गॉट सेलेक्टेड इन द केंद्रीय विद्यालय. और दीज आर द सम कुछ प्लेसमेंट्स की हमारे कुछ अचीवर्स हैं, और जिनको हम फोकस करके अपने बच्चों को बता सकते हैं दैट दिस इज़ अ वेरी पायस है. अलॉन्ग विद दैट वी आर ऑल्सो ऑफरिंग PhD एजुकेशन, जहाँ पर बच्चा जो हमारा जो सीनियर स्कॉलर्स हैं वो रिसर्चर्स बन सकते हैं, एंड दे कैन हैव अ गुड कोलैबोरेशन विद द इंटरनेशनल यूनिवर्सिटीज़ ऑल्सो. ਸੋ ਮੈਮ, ਜਿੱਦਾਂ ਹੁਣ ਤੁਸੀਂ ਕਿਹਾ ਕਿ ਅਗਰ ਬੱਚਾ ਇੱਥੇ ਕਰਦਾ ਅਤੇ ਉਸ ਤੋਂ ਬਾਅਦ ਅਗਰ ਉਹਨੇ ਐਕਸਪੋਜ਼ਰ ਲਈ ਬਾਹਰ ਜਾਣਾ ਹੋਵੇ ਤਾਂ ਉਹਦੇ ਬਾਰੇ ਥੋੜ੍ਹਾ ਹੋਰ ਜਾਣਕਾਰੀ ਦਿਓ, ਬਿਕੋਜ਼ ਬਹੁਤ ਸੇ ਘੱਟ ਯੂਨੀਵਰਸਿਟੀਜ਼ ਜਾਂ ਇੰਸਟੀਟਿਊਟ ਇੱਦਾਂ ਆਫਰ ਕਰਦੇ ਆ ਕਿ ਜੋ ਇੱਕ ਇੰਡੀਅਨ ਦਾ ਵੀ ਐਕਸਪੋਜ਼ਰ ਹੋ ਗਿਆ ਐਂਡ ਇੰਟਰਨੈਸ਼ਨਲ ਐਕਸਪੋਜ਼ਰ ਵੀ ਹੋ ਗਿਆ, ਤਾਂ ਉਸ ਬਾਰੇ ਜਾਣਕਾਰੀ ਦੇ ਦਿਓ. हाँ जी, मैं बहुत क्लियर दसना चाहवांगी कि ना असी जी चंडीगढ़ यूनिवर्सिटी है नाल अपना डिपार्टमेंट है, साढ़े इंटरनेशनल कोलैबोरेशंस बहुत ज़्यादा है. तो उसी दे अंदर ही असी एक प्रोग्राम चलाते हैं, semester exchange program, and recently our 25 students they have done the semester exchange program for the 6 months. उन्होंने 6 months वास्ते बाहर दी यूनिवर्सिटी दी डिग्री की, and without having extra additional fee, they just have to pay the CU fee. उन्होंने CU दी फी पे की है, कोई extra charges नहीं, and they have the international collaboration which can add a feather in their cap कि वो उन्होंने वास्ते बहुत कुछ एक exposure हो जाएगा. and meanwhile वो exposure दे नाल, international exposure दे नाल, if they find कि हाँ मेरा उथे interest ज़्यादा है, मेरा potential ज़्यादा है, they can switch over. So these are the semester exchange programs or international faculty exchange program and international faculty development program. These are the some things which we run regularly throughout our semester and academic year, और वो बच्चे नू बहुत ज़्यादा international exposure देंदे हैं. ते इंदे च आपां फिर international exposure इन national ते international दोनों असी focus करते हैं कि बच्चा higher studies से जाना चाहे, research से जाना चाहे, national अपने level ते अगर बच्चा job करना चाहे, जैसे असी मैं क्या है कि 80% ऑफ आवर स्टूडेंट्स हैं जिन्होंने CTET क्लियर कर लिया बिफोर कंप्लीटिंग देयर डिग्री. दिस इज़ अ बिग अचीवमेंट इन आवर होल एरिया. आपां अगर अपना पूरे आस पास की गल करिए कि आपां डिपार्टमेंट UITTR डिपार्टमेंट दे 30 इन्ने बच्चे हैगे, 80% बच्चा जिन्होंने अप्लाई किया सी, उन्होंने अपना CTET दा अपना एग्जाम कंप्लीट कर लिया, उन्होंने अपनी डिग्री कंप्लीट करन तो पहला. तो दीज आर द सम वेरी बिग अचीवमेंट्स, एंड आई थिंक दैट स्टूडेंट शुड टेक दीज थिंग्स, एंड उन्होंने ज़्यादा से ज़्यादा वध के ਆਪਾਂ ਨੂੰ इस प्रोफैशन च आना चाहिए, क्योंकि यह प्रोफैशन सिर्फ एक प्रोफैशन नहीं हैगा, यह समथिंग एक सर्विस टू ह्यूमैनिटी है. एंड वो सारे लोगों को इस प्रोफैशन च आना चाहिए हू हैव लव फॉर लर्निंग, उन्होंने जिन्होंने लर्निंग नाल प्यार हो, ਜਿਹੜਾ ਸਿੱਖਣਾ ਚਾਹੁੰਦੇ ਹੋ, ਜਿਹੜਾ ਬੱਚਿਆਂ ਦੇ ਨਾਲ ਜਿਹੜਾ ਹਿਊਮੈਨਿਟੀ ਨੂੰ ਕੁਝ ਸਰਵ ਕਰਨਾ ਚਾਹੁੰਦੇ ਹੋ. ਸਰ, ਜਿੱਦਾਂ ਮੇਘਨਾ ਮੈਮ ਨੇ ਦੱਸਿਆ ਕਿ ਕਾਫੀ ਕੁਝ ਕੋਰਸਿਸ ਆਫਰ ਹੁੰਦੇ ਨੇ, ਸੋ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਹੈ ਕਿ CU ਦੇ ਵਿੱਚ ਅਗਰ ਕਿਸੇ ਨੇ ਐਡਮਿਸ਼ਨ ਲੈਣੀ ਹੋਵੇ ਤਾਂ ਕੀ ਪ੍ਰੋਸੈਸ ਹੁੰਦਾ ਹੈ? ਸਾਡਾ ਬਹੁਤ ਹੀ ਸਿੰਪਲ ਪ੍ਰੋਸੈਸ ਹੈਗਾ ਤੇ ਕਾਫੀ ਡਿਫਰੈਂਟ ਮੋਡਸ ਦੇ ਥਰੂ ਬੱਚਾ ਐਡਮਿਸ਼ਨ ਲੈ ਸਕਦਾ ਹੈ. ਸੋ ਲਾਈਕ ਵੀ ਹੈਵਿੰਗ ਵੈਬਸਾਈਟਸ
ਐਂਡ ਵੀ ਹੈਵਿੰਗ ਸਾਡੇ ਕੋਲ 30 ਸੈਂਟਰਸ ਹੈਗੇ ਆ ਡਿਫਰੈਂਟ ਸਿਟੀਜ਼ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਵੱਡੀ ਸਿਟੀਜ਼ ਦੇ ਵਿੱਚ ਉੱਥੇ ਬੱਚਾ ਅਪਰੋਚ ਕਰ ਸਕਦਾ ਹੈ ਵੈਬਸਾਈਟ ਦੇ ਥਰੂ ਜੋ ਹੈ ਬੱਚਾ ਰਜਿਸਟਰ ਕਰਕੇ ਸਾਡੇ ਕਾਉਂਸਲਰਸ ਦੇ ਨਾਲ ਉਹ ਟਾਈ ਅਪ ਕਰ ਸਕਦਾ ਹੈ। ਐਂਡ ਸਰ ਯੂਨੀਵਰਸਿਟੀਜ਼ ਕਿੱਦਾਂ ਹੈਲਪ ਕਰੇਗੀ ਇਹਨਾਂ ਬੱਚਿਆਂ ਦੀ ਜਦੋਂ ਮਤਲਬ ਐਡਮਿਸ਼ਨ ਹੋ ਜਾਂਦੀ ਯੂਨੀਵਰਸਿਟੀ ਆਫਰਡ ਕਰਦੀ ਹੈ ਸਕਾਲਰਸ਼ਿਪ। ਇਸ ਤੋਂ ਇਲਾਵਾ ਕਾਫੀ ਸਾਰਾ ਜਿਵੇਂ CU ਸੈਟ ਆਪਾਂ ਐਗਜ਼ਾਮ ਕੰਡਕਟ ਕਰਦੀ ਹੈ ਯੂਨੀਵਰਸਿਟੀ ਉਹਦੇ ਵਿੱਚ ਜੇ ਬੱਚਾ ਮੈਰਿਟ ਤੇ ਆਉਂਦਾ ਵੀ ਆਫਰਡ ਲੋਟ ਆਫ ਸਕਾਲਰਸ਼ਿਪ ਟੂ ਦੈਮ। ਐਂਡ ਸਰ ਜਿਵੇਂ ਸਕਾਲਰਸ਼ਿਪ ਡਿਫਰੈਂਟ ਹੁੰਦੀਆਂ ਹੈ ਤਾਂ ਬੇਸਿਕਲੀ ਜਿਹੜੀ ਪ੍ਰਾਇੋਰਟੀ ਵਾਈਜ਼ ਹੁੰਦੀ ਹੈ ਉਹ ਕਿਹੜੀ ਸਕਾਲਰਸ਼ਿਪ ਮਿਲਦੀ ਹੈ ਪ੍ਰਾਇੋਰਟੀ 'ਤੇ? ਪ੍ਰਾਇੋਰਟੀ ਸਾਡੀ ਸਾਰਿਆਂ ਦੀ ਰਹਿੰਦੀ ਆ ਸਾਰੀ ਸਕਾਲਰਸ਼ਿਪਸ ਨੂੰ ਲੈ ਕੇ ਲਾਈਕ ਮੈਰਿਟ ਸਕਾਲਰਸ਼ਿਪਸ ਵੀ ਹੈਗੀਆਂ ਨੇ। ਇਸ ਤੋਂ ਇਲਾਵਾ ਸ਼ਡਿਊਲ ਕਾਸਟ ਸਕਾਲਰਸ਼ਿਪਸ ਹੈਗੀਆਂ ਨੇ ਜੋ ਯੂਨੀਵਰਸਿਟੀ ਇਹਨਾਂ ਸਭ ਤੋਂ ਇਲਾਵਾ ਲਾਈਕ ਵੀ ਆਰ ਆਫਰਿੰਗ PhD ਕੋਰਸ ਉਹਦੇ ਵਿੱਚ ਨੈਸ਼ਨਲ ਜੋ ਏਜੰਸੀਜ਼ ਹੈਗੀਆਂ ਨੇ ਉਹ ਵੀ ਉਹਨਾਂ ਨਾਲ ਟਾਈ ਅਪ ਕਰਕੇ ਅਸੀਂ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਹਾਂ। ਮੈਮ ਨਾਲ ਮੇਰੀ ਗੱਲ ਹੋ ਰਹੀ ਸੀ ਉਹਨਾਂ ਨੇ ਦੱਸਿਆ ਕਿ ਇੰਟਰਨੈਸ਼ਨਲ ਐਕਸਪੋਜ਼ਰ ਵੀ ਬੱਚਿਆਂ ਨੂੰ ਹੈਗਾ। ਸੋ ਹਾਲੇ ਤੱਕ ਕਿੰਨੇ ਕੁ ਬੱਚਿਆਂ ਦਾ ਇੰਟਰਨੈਸ਼ਨਲ ਐਕਸਪੋਜ਼ਰ ਹੋ ਚੁੱਕਿਆ ਜਿਹੜੇ ਇੱਥੇ ਇੰਡੀਆ ਦੇ ਵਿੱਚ 6-7 ਮਹੀਨੇ ਆਪਣੀ ਸਟੱਡੀ ਪੂਰੀ ਕਰਕੇ ਮਤਲਬ ਬਾਹਰ ਵੀ ਆਪਣਾ ਉਹੀ ਕੋਰਸ ਸ਼ਿਫਟ ਕਰ ਚੁੱਕੇ ਨੇ? ਹਾਂਜੀ ਦੈਟ ਇਜ਼ ਕਾਲਡ ਸਮੈਸਟਰ ਐਕਸਚੇਂਜ ਪ੍ਰੋਗਰਾਮ। ਸੋ ਸਮੈਸਟਰ ਐਕਸਚੇਂਜ ਪ੍ਰੋਗਰਾਮ ਲਈ ਸਾਡਾ ਯੂਰੋਪੀਅਨ ਕੰਟਰੀਜ਼ ਨਾਲ ਸਾਡਾ ਅਮਰੀਕਨ ਲਾਈਕ USA ਕੈਨੇਡਾ ਸੋ ਇਹਨਾਂ ਨਾਲ ਸਾਰਿਆਂ ਨਾਲ ਸਾਡਾ ਯੂਨੀਵਰਸਿਟੀ ਲੈਵਲ 'ਤੇ ਟਾਈ-ਅਪਸ ਹੈਗਾ ਅਤੇ ਅਸੀਂ ਸਾਰੇ ਕੋਰਸ ਸਮੈਸਟਰ ਐਕਸਚੇਂਜ ਪ੍ਰੋਗਰਾਮ ਆਫਰਡ ਕਰਦੇ ਹਾਂ। ਆਲਰੇਡੀ ਬੱਚੇ ਸਾਡੇ ਪਾਸ ਆਊਟ ਹੁੰਦੇ ਆ ਹਰ ਸਾਲ ਕਾਫੀ ਅਰਾਊਂਡ 30 ਦੇ ਅਰਾਊਂਡ ਇੱਕ ਬੈਚ ਦੇ ਵਿੱਚ ਬੱਚੇ ਸਮੈਸਟਰ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਜੋ ਹੈ ਪਾਰਟੀਸਿਪੇਟ ਕਰਦੇ ਨੇ ਅਤੇ ਉਹਨਾਂ ਯੂਨੀਵਰਸਿਟੀਜ਼ ਦੇ ਜੋ ਕ੍ਰੈਡਿਟ ਸਿਸਟਮ ਦੇ ਅਕੋਰਡਿੰਗ ਉਹ ਡਿਗਰੀ ਅਤੇ ਸਾਡਾ ਮੰਨ ਲਓ ਕੈਰੀਕੂਲਮ ਹੈ ਦੈਟ ਇਜ਼ ਇੰਟੀਗ੍ਰੇਟਿਡ ਤਾਂ ਉਹ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਅਤੇ ਬੱਚਾ ਬਾਹਰ ਵੀ ਪੜ੍ਹ ਕੇ ਆ ਸਕਦਾ ਅਤੇ ਫਿਰ ਬੈਕ ਉਹ ਯੂਨੀਵਰਸਿਟੀ ਦੇ ਵਿੱਚ ਆ ਜਾਂਦਾ ਹੈ। ਸੋ ਸਰ ਆਖਰੀ ਸਵਾਲ ਜਿੱਦਾਂ ਬੱਚਿਆਂ ਦੀ ਸਕਾਲਰਸ਼ਿਪ ਲੱਗ ਜਾਂਦੀ ਹੈ ਸੋ ਉਸ ਤੋਂ ਬਾਅਦ ਕੀ ਟਰਮਸ ਐਂਡ ਕੰਡੀਸ਼ਨਸ ਹੁੰਦੇ ਜਿਹੜਾ ਉਹਨਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ? ਸਕਾਲਰਸ਼ਿਪਸ ਦੇ ਲਈ ਇਟ ਇਜ਼ ਮਸਟ ਵੀ ਉਹ 75% ਅਟੈਂਡੈਂਸ ਜਿਹੜਾ ਪੂਰੀ ਕਰਦਾ ਹੋਏ ਬੱਚਾ। ਇਸ ਤੋਂ ਇਲਾਵਾ ਉਹਦਾ ਅਕੈਡਮਿਕ ਜੋ ਹੈ ਅਕੈਡਮਿਕ ਲੈਵਲ ਹੈ ਜੋ ਉਹ ਪ੍ਰੋਪਰ ਮੀਟ ਕਰੇ ਸੋ ਪਾਸ ਆਊਟ ਹੋਏ ਹਰ ਸਬਜੈਕਟਸ ਦੇ ਵਿੱਚ। ਸੋ ਆਹ ਸਾਡੀ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਸਕਾਲਰਸ਼ਿਪ ਲਈ। ਥੈਂਕ ਯੂ ਸਰ, ਥੈਂਕ ਯੂ।